ਸਥਾਨ ਤੇ ਤੁਰੋ ਦਰਗਾਹੋ ਬਖਸ਼ੇ ਹੋਏ ਪੂਰਨ ਮਹਾਂਪੁਰਸ਼ ਧੰਨ ਧੰਨ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਉਹਨਾਂ ਤੋਂ ਵਰੋਸਾਏ ਹੋਏ ਉਹਨਾਂ ਦੇ ਜਾਨਸ਼ੀਨ ਮਹਾਂਪੁਰਸ਼ ਧੰਨ ਧੰਨ ਸੰਤ ਮਹਾਰਾਜ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ, ਉਹਨਾਂ ਦੀ ਪਿਆਰੀ ਮਿੱਠੀ ਯਾਦ ਨੂੰ ਮਨਾਉਂਦਿਆਂ ਹੋਇਆਂ ਜਿੱਥੇ ਉਹਨਾਂ ਦੇ ਜਾਨਸ਼ੀਨ ਮਹਾਂਪੁਰਸ਼ ਸੰਤ ਮਹਾਰਾਜ ਬਾਬਾ ਦੀਦਾਰ ਸਿੰਘ ਜੀ ਮਹਾਰਾਜ, ਉਹਨਾਂ ਦੀ ਅਗਵਾਈ ਹੇਠ ਔਰ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਲਾਨਾ ਇਹ ਸ਼ੁਭ ਸਮਾਗਮ ਦੀ ਰਚਨਾ ਕੀਤੀ ਜਾਂਦੀ ਹੈ। ਲੰਮੇ ਸਮੇਂ ਤੋਂ ਗੁਰਬਾਣੀ ਦੇ ਪ੍ਰਵਾਹ ਚੱਲਦੇ ਆ ਰਹੇ ਹਨ। ਅੰਮ੍ਰਿਤ ਵਰਖਾ ਹੋ ਰਹੀ ਹੈ, ਜਿੱਥੇ ਅੰਮ੍ਰਿਤ ਵੇਲੇ ਤੋਂ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਖੁੱਲ੍ਹੇ ਪੰਡਾਲ ਵਿੱਚ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰ ਰਹੇ ਹਨ। ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ, ਸ਼ਾਮ ਦੀ ਸੰਧਿਆ ਨੂੰ ਸੋਦਰ ਦੇ ਜਾਪ ਹੋਏ, ਆਰਤੀ ਦਾ ਕੀਰਤਨ ਹੋਇਆ ਹੈ। ਅਰਦਾਸ ਬੇਨਤੀ ਕੀਤੀ ਗਈ, ਮਾਲਕ ਜੀ ਕਿਰਪਾ ਕਰੋ, ਇਹ ਜੋ ਕਾਰਜ ਆਪ ਜੀ ਦਾ ਓਟ ਆਸਰਾ ਲੈ ਕੇ ਆਰੰਭ ਕੀਤੇ ਹਨ, ਇਹਨਾਂ ਕਾਰਜਾਂ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਨਾ ਔਰ ਜੋ ਭਾਵਨਾ ਕਰਕੇ ਸੰਗਤਾਂ ਇੱਥੇ ਪਹੁੰਚ ਕੇ ਸੇਵਾ ਕਰ ਰਹੀਆਂ ਹਨ, ਹਾਜ਼ਰੀਆਂ ਲਵਾ ਰਹੀਆਂ ਹਨ, ਸਰਬੱਤ ਸੰਗਤਾਂ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨੀ, ਭਾਵਨਾਵਾਂ ਪੂਰਨ ਕਰਨੀਆਂ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਰ ਸਮੇਂ ਹਰ ਪ੍ਰਕਾਰ ਦੇਸਾਂ ਪ੍ਰਦੇਸਾਂ ਵਿੱਚ ਸਹਾਇਤਾ ਕਰਨੀ। ਅਰਦਾਸ ਬੇਨਤੀ ਕੀਤੀ ਗਈ, ਮਾਲਕ ਜੀ ਕਿਰਪਾ ਕਰੋ, ਆਪ ਜੀ ਆਪਣੇ ਦਰਗਾਹੀ ਹੁਕਮ ਬਖਸ਼ ਕੇ ਕਰਤਾਰਥ ਕਰੋ। ਜੋ ਮਾਲਕ ਨੇ ਬਖਸ਼ਿਸ਼ ਕੀਤੀ ਹੈ, ਦਰਗਾਹੀ ਹੁਕਮ ਬਖਸ਼ਿਸ਼ ਕੀਤਾ ਹੈ, ਉਸ ਹੁਕਮਨਾਮੇ ਦੀ ਵਿਚਾਰ ਸਾਡੇ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਅਜੀਤ ਸਿੰਘ ਜੀ ਰਤਨ ਉਹ ਪਹੁੰਚੇ ਹਨ। ਉਹਨਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰ ਸੁਣਾ ਕੇ ਨਿਹਾਲ ਕਰਨਾ ਹੈ। ਫਿਰ ਗੁਰਬਾਣੀ ਦੇ ਕੀਰਤਨ ਆਰੰਭ ਹੋਣੇ ਹਨ। ਮਹਾਰਾਜ ਕਹਿੰਦੇ ਨੇ, ਪਾਰ ਬ੍ਰਹਮ ਹੋਵਾ ਸਹਾਈ, ਕਥਾ ਕੀਰਤਨ ਸੁਖਦਾਈ, ਗੁਰ ਪੂਰੇ ਕੀ ਬਾਣੀ ਜਪ, ਆਨੰਦ ਕਰੋ ਨਿਤ ਪ੍ਰਾਣੀ, ਹਰ ਸਾਚਾ ਸਿਮਰੋ ਭਾਈ, ਸਾਧ ਸੰਗ ਸਦਾ ਸੁਖ ਪਾਈਏ, ਹਰ ਬਿਸਰ ਨਾ ਕਬਹੂ ਜਾਈ। ਰੱਬੀ ਬਾਣੀ ਦੀ ਕਥਾ ਵਿਚਾਰ ਹੋਣੀ ਹੈ। ਗੁਰਬਾਣੀ ਦੇ ਕੀਰਤਨ ਸਾਰੀ ਰਾਤ ਉਸ ਮਾਲਕ ਦੀ ਸਿਫਤ ਵਡਿਆਈ ਮਹਾਂਪੁਰਸ਼ਾਂ ਦੀ ਸਿਫਤ ਵਿੱਚ ਜੁੜ ਕੇ ਬੈਠਣਾ ਹੈ। ਆਓ ਕਥਾ ਆਰੰਭ ਹੋਣ ਲੱਗੀ ਹੈ। ਕਥਾ ਆਰੰਭ ਹੋਣ ਤੋਂ ਪਹਿਲਾਂ ਮੈਂ ਬਹੁਤ ਹੀ ਸਾਡੇ ਸਤਿਕਾਰਯੋਗ ਸੰਤ ਮਹਾਰਾਜ ਬਾਬਾ ਸਤਪਾਲ ਸਿੰਘ ਜੀ ਕਾਰੀ ਸਾਰੀ ਵਾਲੇ, ਜਿਨ੍ਹਾਂ ਨੇ ਇਸ ਪਵਿੱਤਰ ਪਾਵਨ ਸਥਾਨ 'ਤੇ ਮਹਾਂਪੁਰਸ਼ਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਹਾਜ਼ਰੀ ਭਰੀ ਹੈ, ਉਹਨਾਂ ਨੂੰ ਬੇਨਤੀ ਹੈ ਨਾਲੇ ਸਟੇਜ 'ਤੇ ਸੁਸ਼ੋਭਿਤ ਹੋਣ, ਸੰਗਤਾਂ ਉਹਨਾਂ ਦੇ ਦਰਸ਼ਨ ਕਰਨ। ਔਰ ਨਾਲ ਹੀ ਸਤਿਕਾਰਯੋਗ ਬਾਬਾ ਸ਼ਮਸ਼ੇਰ ਸਿੰਘ ਜੀ ਭਿੱਟੇ ਵਿਡ ਵਾਲੇ, ਉਹਨਾਂ ਦਾ ਵੀ ਮਹਾਂਪੁਰਸ਼ਾਂ ਦੇ ਨਾਲ ਬੜਾ ਸਨੇਹ ਹੈ, ਉਹ ਵੀ ਪਹੁੰਚੇ ਹੋਏ ਹਨ। ਮਹਾਂਪੁਰਸ਼ਾਂ ਨੂੰ ਸਤਿਕਾਰਯੋਗ ਜਿਹੜੇ ਪਹੁੰਚੇ ਹਨ, ਬਾਬਾ ਸਤਪਾਲ ਸਿੰਘ ਜੀ ਕਾਰੀ ਸਾਰੀ ਵਾਲੇ, ਬਾਬਾ ਸ਼ਮਸ਼ੇਰ ਸਿੰਘ ਜੀ ਭਿੱਟੇ ਵਿਡ ਵਾਲੇ, ਮਹਾਂਪੁਰਸ਼ਾਂ ਵੱਲੋਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਜੀ ਆਇਆਂ ਨੂੰ। ਆਓ ਹੁਣ ਰੱਬੀ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਹਾਂ, ਮੈਂ ਨਾਲ ਹੀ ਬੇਨਤੀ ਕਰਦੇ ਹਾਂ, ਆ ਜਿਹੜੀਆਂ ਸੰਗਤਾਂ ਤੁਸੀਂ ਪਿੱਛੇ ਬੈਠੇ ਹੋ ਭਾਈ, ਥੋੜਾ ਨੇੜੇ ਆਓ ਗੁਰੂ ਦੇ ਨੇੜੇ। ਆ ਜਿਹੜਾ ਆਪ ਸੰਗਤਾਂ ਦੀ ਸੇਵਾ ਵਾਸਤੇ ਵੇਖੋ, ਇਹ ਸਿੱਖ ਚੈਨਲ ਯੂਕੇ ਵਾਲੇ, ਇਹ ਪੂਰੀ ਟੀਮ ਭਾਈ ਗੁਰਪ੍ਰੀਤ ਸਿੰਘ ਜੀ ਤੇ ਉਹਨਾਂ ਦੇ ਸਾਥੀ, ਜੋ ਹਰ ਸਾਲ ਹੀ ਇਸ ਪਵਿੱਤਰ ਪਾਵਨ ਸਥਾਨ 'ਤੇ ਇਹ ਸਾਰਾ ਪ੍ਰੋਗਰਾਮ ਲਾਈਵ 'ਤੇ ਚਾਲੂ ਕਰਦੇ ਹਨ। ਆ ਜਿੱਥੇ ਤੁਸੀਂ ਬੈਠੇ ਹੋ ਨਾ, ਜੋ ਚੱਲ ਰਿਹਾ ਇਹ ਪ੍ਰੋਗਰਾਮ ਸਮਾਗਮ, ਤੁਹਾਡੇ ਜਿਹੜੇ ਸੰਗੀ ਸਾਥੀ ਬਾਹਰ ਰਿਸ਼ਤੇਦਾਰ ਸੱਜਣ ਮਿੱਤਰ ਉਹ ਨਾਲ ਹੀ ਵੇਖ ਰਹੇ ਹਨ। ਇਸ ਕਰਕੇ ਥੋੜਾ ਨੇੜੇ ਆਣ ਕੇ ਬੈਠੋ ਤਾਂ ਕਿ ਗੁਰੂ ਦੇ ਨੇੜੇ ਹੋਈਏ ਤੇ ਗੁਰੂ ਦੇ ਕੋਲੋਂ ਦਾਤਾਂ ਬਖਸ਼ਿਸ਼ ਕਰੀਏ। ਆਓ ਬੜੇ ਪਿਆਰ ਦੇ ਨਾਲ ਇਹ ਕਥਾ ਆਰੰਭ ਹੋਣ ਲੱਗੀ ਹੈ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਗਰੀਬ ਸੱਚ ਟੇਕ ਤੂੰ, मेरे सतगुर पूरे देख तुम्हारा दर्शनो, मेरा मन धीरे दर्शन पेखत मैं जियो। सुनकर बचन तुम्हारे सतगुर, मन तन मेरा ठार थियो। परम सन्मानयोग साध संगत, ਅੱਜ ਦਾ ਇਹ ਵਿਸ਼ੇਸ਼ ਧਾਰਮਿਕ ਸਮਾਗਮ ਮਹਾਨ ਤਪਸਵੀ ਸੇਵਾ ਸਿਮਰਨ ਦੇ ਪੁੰਜ
ਬ੍ਰਹਮ ਗਿਆਨੀ ਸੰਤ ਮਹਾਰਾਜ ਬਾਬਾ ਮਹਿੰਦਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੈ। ਜਿੱਥੇ ਆਪ ਜੀ ਨੇ ਸੋਦਰ ਦੀ ਬਾਣੀ ਦਾ ਪਾਠ ਸਰਵਣ ਕੀਤਾ ਹੈ, ਹੁਣ ਆਪ ਗੁਰੂ ਦਰਬਾਰ ਵਿੱਚ ਅਰਦਾਸ ਕੀਤੀ ਸਭ ਨੇ ਮਿਲ ਕੇ। ਉਹ ਗੁਰੂ ਜੀ ਦਾ ਮੁੱਖ ਵਾਕ ਜੋ ਆਪ ਜੀ ਨੇ ਸਰਵਣ ਕੀਤਾ ਹੈ, ਸੰਤ ਮਹਾਰਾਜ ਬਾਬਾ ਮਹਿੰਦਰ ਸਿੰਘ ਜੀ ਮੁੱਖ ਵਾਕ ਪ੍ਰਤੀ ਆਪਣੀ ਵਿਚਾਰ ਦਿੰਦੇ ਸਨ ਕਿ ਦਰਗਾਹੀ ਫਰਮਾਨ ਹੈ, ਦਰਗਾਹੀ ਹੁਕਮ ਹੈ ਸੰਗਤ ਵਾਸਤੇ। ਇਸ ਹੁਕਮਨਾਮੇ ਦੀ ਕਥਾ ਵਿਚਾਰ ਸਰਵਣ ਕਰਨ ਦੀ ਕਿਰਪਾਲਤਾ ਕਰੋ। ਜਿਤਨੇ ਵੀ ਸਤਸੰਗੀ ਗੁਰਮੁਖ ਜਨ ਮਹਾਂਪੁਰਖ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਹੋ, ਸਾਰਿਆਂ ਨੂੰ ਬਹੁਤ ਅਦਬ ਨਾਲ ਬੜੀ ਨਿਮਰਤਾ ਸਹਿਤ ਦੋਵੇਂ ਹੱਥ ਜੋੜ ਬੇਨਤੀ ਹੈ ਜੀ, ਬੇਨਤੀ ਪ੍ਰਵਾਨ ਕਰੋ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨਾਮਾ, ਇਹ ਮੁੱਖ ਵਾਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਸੋਰਠ ਰਾਗ ਵਿੱਚ ਗੁਰੂ ਮਹਾਰਾਜ ਨੇ ਸ਼ਬਦ ਰਚਨਾ ਕੀਤੀ ਹੈ। ਸ਼ਬਦ ਦੀਆਂ ਮੁੱਢਲੀਆਂ ਤੋਂ ਦੋ ਤੁਕਾਂ ਵਿੱਚ ਸਾਰੇ ਸ਼ਬਦ ਦਾ ਸਾਰ ਹੈ, ਨਿਚੋੜ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ ਰਹਾਓ। ਇਹ ਜਿਹੜੀਆਂ ਸ਼ਬਦ ਦੀਆਂ ਮੁੱਢਲੀਆਂ ਦੋ ਪੰਕਤੀਆਂ ਨੇ, ਇਹ ਸਾਰੇ ਸ਼ਬਦ ਦਾ ਮੁੱਖ ਭਾਵ ਹੈ। ਗੁਰੂ ਸਾਹਿਬ ਫਰਮਾਉਂਦੇ ਨੇ, ਐਸਾ ਕੋਈ ਪ੍ਰਾਣੀ ਜਿਹੜਾ ਦੁੱਖ ਨੂੰ ਦੁੱਖ ਨਾ ਮੰਨਦਾ ਹੋਵੇ, ਜਿੰਦੇ ਮਨ ਤੇ ਦੁੱਖ ਦਾ ਪ੍ਰਭਾਵ ਨਾ ਪਵੇ, ਜਿੰਦਾ ਮਨ ਸਦਾ ਹੀ ਸੁਖ ਪ੍ਰਤੀਤ ਕਰੇ। ਕੈਸੀ ਅਵਸਥਾ ਹੋਵੇ? ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਏਕੇ ਏਕੀ ਨੇਤੇ। ਦੁੱਖ ਹੈ ਹੀ ਨਹੀਂ, ਕੇਵਲ ਸੁਖ ਹੈ। ਔਰ ਸੁੱਖਾਂ ਦੀ ਵੀ ਪਕੜ ਕੋਈ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ। ਸਨੇਹ ਦਾ ਅਰਥ ਹੁੰਦਾ ਮੁਹੱਬਤ। ਉਹਨੂੰ ਇਹ ਵੀ ਕੋਈ ਪਕੜ ਨਹੀਂ ਕਿ ਸਦਾ ਸੁਖ ਬਣੇ ਰਹਿਣ। ਉਹ ਦੁੱਖ ਤੋਂ ਵੀ ਨਹੀਂ ਘਬਰਾਉਂਦਾ। ਅਰ ਭੈ ਨਹੀਂ ਜਾਕੈ, ਉਹ ਕਿਸੇ ਵੈਰੀ ਦਾ ਡਰ ਨਹੀਂ ਮੰਨਦਾ। ਭੈ ਦਾ ਅਰਥ ਹੁੰਦਾ ਡਰ, ਉਹ ਡਰ ਤੋਂ ਵੀ ਰਹਿਤ ਹੈ। ਦ੍ਰਿਸ਼ਟੀ ਕੈਸੀ ਹੈ? ਕੰਚਨ ਮਾਟੀ ਮਾਨੇ, ਸੋਨੇ ਨੂੰ ਵੀ ਮਿੱਟੀ ਕਰਕੇ ਮੰਨਦਾ ਹੈ। ਪਰ ਇਹ ਆਤਮਿਕ ਅਵਸਥਾ ਬ੍ਰਹਮ ਗਿਆਨੀਆਂ ਨੂੰ ਪ੍ਰਾਪਤ ਹੁੰਦੀ ਹੈ। ਤੇ ਬ੍ਰਹਮ ਗਿਆਨੀ ਕਰੋੜਾਂ ਵਿੱਚੋਂ ਕੋਈ ਇੱਕ ਅੱਧ ਹੁੰਦਾ ਹੈ। ਸਾਰੇ ਬ੍ਰਹਮ ਗਿਆਨੀ ਨਹੀਂ ਹੁੰਦੇ। ਕਰੋੜਾਂ ਵਿੱਚੋਂ ਕੋਈ ਇੱਕ ਅੱਧ ਬ੍ਰਹਮ ਗਿਆਨੀ ਹੁੰਦਾ ਹੈ। ਇਹ ਭਗਤ ਕਬੀਰ ਜੀ ਦਾ ਫਰਮਾਨ ਹੈ, ਉਸਤਤ ਨਿੰਦਾ ਦਊ ਬਬਰਜਤ, ਤਜੋ ਮਾਨ ਅਬਮਾਨਾ, ਲੋਹਾ ਕੰਚਨ ਸਮ ਕਰ ਜਾਣੇ, ਤੇ ਮੂਰਤ ਭਗਵਾਨਾ। ਉਹ ਭਗਵਾਨ ਦਾ ਸਰੂਪ ਹੁੰਦੇ ਨੇ ਜਿਹੜੇ ਲੋਹੇ ਤੇ ਕੰਚਨ ਨੂੰ ਵੀ ਬਰਾਬਰ ਮੰਨਦੇ ਨੇ। ਲੋਹਾ ਤੇ ਸੋਨਾ ਬਰਾਬਰ ਮੰਨਦੇ ਨੇ। ਉਸਤਤ ਨਿੰਦਿਆ ਨਾਹੇ ਜਹ, ਕੰਚਨ ਲੋ ਸਮਾਨ। ਇਹ ਜਿਹੜੀ ਵਿਦਿਆ ਆਪਾਂ ਸਿੱਖਣ ਲਈ ਧਾਰਮਿਕ ਅਸਥਾਨਾਂ ਤੇ ਆਉਣੇ ਆ, ਸਾਡਾ ਪ੍ਰਯੋਜਨ ਮਹਾਂਪੁਰਖਾਂ ਦੀ ਸੰਗਤ ਕਰਨੀ ਇਸ ਲਈ ਹੈ ਕਿ ਸਾਨੂੰ ਬ੍ਰਹਮ ਵਿਦਿਆ ਪ੍ਰਾਪਤ ਹੋਵੇ। ਤੇ ਬ੍ਰਹਮ ਗਿਆਨੀ ਦੀ ਅਵਸਥਾ ਇੰਨੀ ਉੱਚੀ ਹੁੰਦੀ ਹੈ, ਲੋਹਾ ਕੰਚਨ ਸਮ ਕਰ ਜਾਣੇ, ਤੇ ਮੂਰਤ ਭਗਵਾਨਾ। ਉਹ ਰੱਬ ਰੂਪ ਹੁੰਦੇ ਨੇ। ਤੇਰਾ ਜਨ ਏਕ ਆਦ ਕੋਈ, ਪਰ ਸਾਰੇ ਨਹੀਂ ਹੁੰਦੇ, ਕੋਈ ਇੱਕ ਆਦ ਹੀ ਹੁੰਦਾ। ਇਕਸ ਦੋ ਚੌਂ ਕਿਆ ਗਣੀ,
ਸਭ ਇਕਤ ਸਾਧ ਮੁੱਠੀ, ਇੱਕ ਅਧ ਨਾਏ ਰਸੜੀਆ ਕਾ ਵਿਰਲੀ ਜਾਏ ਮੁੱਠੀ। ਕਿਸੇ ਵਿਰਲੇ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਟਿਕਦਾ ਹੈ। ਇੱਕ ਅਧ ਨਾਏ ਰਸੜੀਆ, ਉਹ ਪਰਮਾਤਮਾ ਦੇ ਨਾਮ ਰਸ ਨੂੰ ਪੀਂਦਾ ਹੈ। ਕਰੋੜਾਂ ਵਿੱਚੋਂ ਕੋਈ ਵਿਰਲਾ ਹੋਵੇਗਾ ਅਜਿਹਾ ਵਿਅਕਤੀ ਜਿਹੜਾ ਦੁੱਖ ਨੂੰ ਦੁੱਖ ਨਹੀਂ ਮੰਨਦਾ, ਸੁੱਖਾਂ ਨਾਲ ਜਿੰਦਾ ਕੋਈ ਮੋਹ ਨਹੀਂ, ਜਿਹੜਾ ਸੋਨੇ ਨੂੰ ਵੀ ਮਿੱਟੀ ਕਰਕੇ ਮੰਨਦਾ ਔਰ ਕਿਸੇ ਦਾ ਭੈ ਮਨ ਵਿੱਚ ਨਹੀਂ ਮੰਨਦਾ। ਬ੍ਰਹਮ ਗਿਆਨੀ ਪੁਰਸ਼ ਕਿਸੇ ਦਾ ਡਰ ਨਹੀਂ ਮੰਨਦੇ, ਇਸ ਲਈ ਕਿ ਉਹਨਾਂ ਨੇ ਨਿਰਭਉ ਨੂੰ ਧਿਆਇਆ ਹੈ। ਸੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਹਨਾਂ ਦਾ ਸਾਰਾ ਡਰ ਮੁੱਕ ਜਾਂਦਾ ਹੈ। ਇਹਦੇ ਵਿੱਚ 17 ਗੁਣ ਦੱਸੇ ਨੇ। ਗਿਣਤੀ ਵਿੱਚ 17 ਗੁਣ ਕਿਸੇ ਮਨੁੱਖ ਵਿੱਚ ਆਉਣ ਤਾਂ ਉਹ ਪਰਮੇਸ਼ਰ ਨਾਲ ਇੱਕ ਮਿਕ ਹੁੰਦਾ ਹੈ। ਅਸੀਂ ਬਚਨ ਪੜ੍ਹਦੇ ਹਾਂ, ਨਾਨਕ ਹਰ ਜਨ ਹਰੀਕੇ ਹੋਏ। ਹਰ ਜਨ ਤੇ ਹਰੀ ਦੋਨੋਂ ਇੱਕ ਹੋ ਜਾਂਦੇ ਨੇ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਹੇ। ਪਰ ਹਰੀਜਨ ਕੌਣ ਹੈ? ਜਿੰਦੇ ਵਿੱਚ 17 ਗੁਣ ਆ ਜਾਣ ਤੇ ਫਿਰ ਉਹ ਪਰਮਾਤਮਾ ਨਾਲ ਅਭੇਦ ਹੁੰਦਾ ਹੈ। ਪਰ ਇਹ ਗੁਣ ਆਪਣੇ ਆਪ ਨਹੀਂ ਆਉਂਦੇ, ਗੁਰੂ ਕਿਰਪਾ ਕਰੇ ਤਾਂ ਕਿਸੇ ਵਿੱਚ ਚੰਗੇ ਗੁਣ ਪੈਦਾ ਹੁੰਦੇ ਨੇ। ਗੁਰ ਕਿਰਪਾ ਜਹ ਨਰ ਕੋ ਕੀਨੀ। ਗੁਰੂ ਦੀ ਕਿਰਪਾ ਪ੍ਰਾਪਤ ਕਰ ਲਈ, ਸਾਡਾ ਤੇ ਧਿਆਨ ਹੀ ਲੋਕਾਂ ਵੱਲ ਰਹਿੰਦਾ। ਗੁਰੂ ਦੀ ਕਿਰਪਾ ਕਿਵੇਂ ਪ੍ਰਾਪਤ ਹੋਵੇਗੀ? ਗੁਰੂ ਦੀ ਕਿਰਪਾ ਉਸ ਨੂੰ ਪ੍ਰਾਪਤ ਹੁੰਦੀ ਹੈ ਜਿੰਦਾ ਧਿਆਨ ਗੁਰੂ ਵੱਲ ਹੋਵੇ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ। ਦਿਨੇ ਰਾਤ ਧਿਆਨ ਗੁਰੂ ਵੱਲ ਹੈ। ਗੁਰੂ ਦਾ ਹੁਕਮ ਮੰਨੇ, ਗੁਰੂ ਨੇ ਸਿਰ ਤੇ ਹੱਥ ਰੱਖੇ, ਹਾਲਾਂਕਿ ਗੁਰੂ ਨਾਲ ਸਾਂਝ ਹੀ ਨਹੀਂ ਬਣੀ। ਮਨ ਕਰਕੇ ਗੁਰੂ ਦੇ ਨੇੜੇ ਹੋਣਾ। ਗੁਰ ਸਭਾ ਏਮ ਨਾ ਪਾਈਏ, ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੇ, ਜਾਂ ਮਨ ਰਹੇ ਹਦੂਰ। ਹਦੂਰ ਦਾ ਅਰਥ ਹੁੰਦਾ ਨੇੜੇ। ਮਨ ਗੁਰੂ ਦੇ ਨੇੜੇ ਹੋਵੇ, ਮਨ ਗੁਰੂ ਦੇ ਨਾਲ ਜੁੜੇ, ਫਿਰ ਗੁਰੂ ਦੀ ਕਿਰਪਾ ਮਿਲਦੀ ਹੈ। ਔਰ ਗੁਰ ਕਿਰਪਾ ਜਹ ਨਰ ਕੋ ਕੀਨੀ, ਤਹ ਇਹ ਜੁਗਤ ਪਛਾਨੀ। ਜੁਗਤੀ ਕੀ ਹੈ? ਢੰਗ, ਤਰੀਕਾ ਹਰ ਬੰਦੇ ਨੂੰ ਨਹੀਂ ਆਉਂਦਾ। ਜਿੰਦੇ ਤੇ ਗੁਰੂ ਕਿਰਪਾ ਕਰਦਾ ਹੈ ਉਹਨੂੰ ਇਹ ਜੁਗਤ ਆਉਂਦੀ ਹੈ। ਫਿਰ ਨਾਨਕ ਲੀਨ ਭਇਓ ਗੋਬਿੰਦ ਸਿਉ, ਰੱਬ ਨਾਲ ਇੱਕ ਮਿਕ ਹੋ ਜਾਂਦਾ ਹੈ। ਉਦਾਹਰਨ ਕੀ ਦਿੱਤੀ? ਜਿਉਂ ਪਾਨੀ ਸੰਗ ਪਾਨੀ। ਪਾਨੀ ਦਾ ਅਰਥ ਪਾਣੀ ਹੈ, ਪਰ ਸਿੱਧਾ ਹੀ ਨਹੀਂ ਪੜ੍ਹ ਦੇਣਾ। ਜਿਉਂ ਪਾਣੀ ਸੰਗ ਪਾਣੀ ਨਹੀਂ ਪੜ੍ਹਨਾ, ਅੱਖਰ ਨੰਨਾ ਹੀ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਨੀ ਸੰਗ ਪਾਨੀ। ਕੌਣ ਪਹੁੰਚੇਗਾ ਰੱਬ ਦੇ ਮਿਲਾਪ ਲਈ? ਕਿਸ ਦੀ ਇੰਨੀ ਉੱਚੀ ਆਤਮਿਕ ਅਵਸਥਾ ਹੋਵੇਗੀ? ਆ ਜਿਹੜੇ ਗੁਣ ਗੁਰੂ ਸਾਹਿਬ ਦਰਸਾ ਰਹੇ ਨੇ, ਗੁਣ ਕਿੰਦੇ ਵਿੱਚ ਆਉਂਦੇ ਨੇ? ਜਿੰਦੇ ਤੇ ਗੁਰੂ ਦੀ ਕਿਰਪਾ ਹੋਵੇ। ਪਹਿਲਾ ਗੁਣ ਕੀ ਸੀ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਸੁੱਖ ਸਨੇਹ, ਸੁੱਖਾਂ ਨਾਲ ਪਕੜ ਕੋਈ ਨਹੀਂ। ਉਹ ਇਹ ਨਹੀਂ ਕਹਿੰਦਾ ਕਿ ਦੁੱਖ ਨਾ ਆਵੇ, ਕਹਿੰਦਾ ਸੁੱਖ ਦੁੱਖ ਤੇਰੀ ਆਗਿਆ ਪਿਆਰੇ। ਸੁੱਖ ਦੁੱਖ ਤੇਰਾ ਹੁਕਮ ਹੈ। ਮੈਂ ਐਸਾ ਨਹੀਂ ਚਾਹੁੰਦਾ ਕਿ ਕੇਵਲ ਸੁੱਖ ਮੰਗਾ, ਦੁੱਖ ਵੀ ਤੇਰੀ ਰਜਾ ਹੈ। ਔਰ ਬੇਨਤੀ ਕਰਦਾ, ਜਿਹੜੇ ਬੰਦੇ ਨੂੰ ਕੇਵਲ ਸੁੱਖ ਮਿਲਣਾ, ਦੁੱਖ ਮਿਲੇ ਹੀ ਨਾ, ਉਹਨੂੰ ਸੁੱਖ ਭੋਗਣ ਦਾ ਵੀ ਸਵਾਦ ਨਹੀਂ ਆਉਂਦਾ।
ਸੁੱਖ ਭੋਗਣ ਦਾ ਸਵਾਦ ਵੀ ਉਹ ਮਨੁੱਖ ਲੈ ਸਕਦਾ ਹੈ ਜਿਨਨੇ ਜ਼ਿੰਦਗੀ 'ਚ ਦੁੱਖ ਭੋਗਿਆ ਹੋਵੇ। ਅਮੀਰੀ ਭੋਗਣ ਦਾ ਸਵਾਦ ਵੀ ਉਸ ਬੰਦੇ ਨੂੰ ਨਹੀਂ ਆਉਂਦਾ ਜਿਹੜਾ ਅਮੀਰੀ ਵਿੱਚ ਜੰਮਿਆ, ਅਮੀਰੀ ਵਿੱਚ ਹੀ ਜੀਵਨ ਬਤੀਤ ਕਰ ਰਿਹਾ ਹੈ। ਜਿਨਨੇ ਗਰੀਬੀ ਵੇਖੀ ਹੋਵੇ ਅਮੀਰੀ ਭੋਗਣ ਦਾ ਸਵਾਦ ਵੀ ਉਹਨੂੰ ਆਉਂਦਾ ਹੈ। ਜੀਵਨ ਦੇ ਅੰਦਰ ਸੁੱਖਾਂ ਦੀ ਪਕੜ ਨਹੀਂ ਤੇ ਵੈਰੀ ਦਾ ਡਰ ਨਹੀਂ ਮੰਨਦਾ। ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਹੈ। ਨੈ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਅਭਮਾਨਾ। ਇੱਕ ਧਾਰਮਿਕ ਵਿਅਕਤੀ ਬ੍ਰਹਮ ਵਿਦਿਆ ਦਾ ਜਾਣੂ, ਉਸ ਦੇ ਜੀਵਨ ਦੇ ਅੰਦਰ ਕਿਸੇ ਦੀ ਖੁਸ਼ਾਮਦ ਨਹੀਂ ਹੈ। ਉਹ ਮਨੁੱਖ ਸੱਚ ਤੇ ਪਹਿਰਾ ਦਿੰਦੇ ਨੇ, ਜ਼ਿੰਦਗੀ 'ਚ ਕਿਸੇ ਦੀ ਖੁਸ਼ਾਮਦ ਨਹੀਂ ਕਰਦੇ, ਕਿਸੇ ਝੂਠੇ ਦੀ ਵਡਿਆਈ ਨਹੀਂ ਕਰਦੇ ਔਰ ਕਿਸੇ ਦੀ ਨਿੰਦਿਆ ਵੀ ਨਹੀਂ ਕਰਦੇ, ਬਦਖੋਈ ਨਹੀਂ ਕਰਦੇ। ਉਸਤਤ ਤੇ ਨਿੰਦਿਆ ਦਾ ਸਰੂਪ ਕੀ ਹੈ? ਪਿੱਤਲ ਨੂੰ ਸੋਨਾ ਕਹਿਣਾ ਉਸਤਤ ਹੈ ਔਰ ਸੋਨੇ ਨੂੰ ਪਿੱਤਲ ਕਹਿਣਾ ਨਿੰਦਿਆ ਹੈ। ਕੰਡੇ ਨੂੰ ਫੁੱਲ ਕਹਿਣਾ ਉਸਤਤ ਹੈ, ਕੰਡੇ ਨੂੰ ਫੁੱਲ ਕਹਿਣਾ ਉਸਤਤ ਹੈ ਔਰ ਫੁੱਲ ਨੂੰ ਕੰਡਾ ਕਹਿਣਾ ਨਿੰਦਿਆ ਹੈ। ਸੱਚ ਨੂੰ ਸੱਚ ਕਹਿਣਾ ਇਹ ਜੁਰਤ ਬ੍ਰਹਮ ਗਿਆਨੀ ਵਿੱਚ ਹੁੰਦੀ ਹੈ। ਉਹ ਅਪਮਾਨ ਤੋਂ ਨਹੀਂ ਡਰਦਾ, ਉਹ ਸੱਚ ਮੂੰਹ ਤੇ ਕਹਿੰਦਾ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤ ਮੁਖ ਕਹਿਤ। ਸਤ ਮੁਖ ਕਹਿਤ, ਮੂੰਹ ਤੇ ਸੱਚਾ ਬਚਨ ਕਰਦਾ। ਉਹ ਕਿਸੇ ਦੀ ਖੁਸ਼ਾਮਦ ਨਹੀਂ ਕਰਦਾ, ਕਿਸੇ ਦੀ ਨਿੰਦਿਆ ਵੀ ਨਹੀਂ ਕਰਦਾ। ਨਾ ਲਾਲਚ ਹੈ ਉਹਦੇ ਅੰਦਰ, ਨਾ ਉਹਦੇ ਅੰਦਰ ਮੋਹ ਹੈ, ਅੰਦਰੋਂ ਮੋਹ ਤੋੜ ਦਿੰਦਾ ਹੈ। ਅੱਖਰ ਪੜ੍ਹਨੇ ਬੜੇ ਆਸਾਨ ਨੇ ਪਰ ਅੰਦਰੋਂ ਮੋਹ ਤੋੜਨਾ ਬਹੁਤ ਕਠਿਨ ਹੈ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਜੀਵਨ ਚੰਗਾ ਬਣਦਾ ਹੀ ਹੁੰਦਾ ਜਿਹੜਾ ਅੰਦਰੋਂ ਮੋਹ ਤੋੜ ਦੇਵੇ। ਕੋਈ ਮਨੁੱਖ ਕਹੇ ਜੀ ਮੈਂ ਬਹੁਤ ਜਪ ਤਪ ਕਰਦਾ ਹਾਂ, ਪਰ ਜੇ ਉਹਦੇ ਅੰਦਰੋਂ ਮੋਹ ਹੀ ਨਾ ਟੁੱਟਿਆ ਤੇ ਫਿਰ ਜਪ ਤਪ ਕਾਹਦਾ ਕੀਤਾ? ਉਹ ਜਪ ਕੀ ਹੈ, ਤਪ ਕੀ ਹੈ, ਜਿੰਦੇ ਅੰਦਰੋਂ ਮੋਹ ਹੀ ਨਹੀਂ ਟੁੱਟਾ। ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਗੁਰ ਦੀਖਿਆ ਲੈ ਜਪ ਤਪ ਕਮਾਏ, ਨਾ ਮੋਹ ਟੁੱਟੇ ਨਾ ਥਾਏ ਪਾਏ। ਮੋਹ ਨਹੀਂ ਟੁੱਟਾ, ਪਰ ਰੱਬ ਦੇ ਪਿਆਰੇ ਬ੍ਰਹਮ ਵਿਦਿਆ ਦੇ ਜਾਣੂ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ ਉਹ ਮੋਹ ਵਿੱਚ ਨਹੀਂ ਫਸਦੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਈ ਪਕੜ ਨਹੀਂ ਸੀ। ਜਦੋਂ ਆਪ ਆਨੰਦਪੁਰ ਸਾਹਿਬ ਤੋਂ ਦਿੱਲੀ ਗਏ 5 ਸਿੱਖਾਂ ਨੂੰ ਨਾਲ ਲੈ ਕੇ, ਤੇ ਗੁਰੂ ਸਾਹਿਬ ਜੀ ਦਾ ਹੋਣਹਾਰ ਇਕਲੌਤਾ ਬੇਟਾ ਜਿੰਦੀ ਉਮਰ ਉਸ ਸਮੇਂ ਕੇਵਲ 9 ਸਾਲ ਸੀ, ਗੁਰੂ ਤੇਗ ਬਹਾਦਰ ਦੀ ਆਗਿਆਕਾਰ ਸੁਪਤਨੀ ਸਤਿਕਾਰਯੋਗ ਮਾਤਾ ਗੁਜਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਮਾਤਾ ਨਾਨਕੀ ਜਿੰਦੀ ਕੁੱਖ ਤੋਂ ਜਨਮ ਹੋਇਆ, ਆਨੰਦਪੁਰ ਨਗਰ ਆਪ ਵਸਾਇਆ। ਪਰ ਜਦੋਂ ਸੱਚ ਦੀ ਖਾਤਰ ਤੁਰ ਪਏ ਨਾ ਦਿੱਲੀ ਤੋਂ, ਫਿਰ ਪਿੱਛੇ ਪਰਤ ਕੇ ਨਹੀਂ ਝਾਕਦੇ। ਮੇਰੀ ਪਤਨੀ, ਮੇਰਾ ਪੁੱਤਰ, ਮੇਰਾ ਵਸਾਇਆ ਹੋਇਆ ਸ਼ਹਿਰ। ਫਿਰ ਅਗਾਹਾਂ ਕੂ ਤਰਾਗ, ਪਿੱਛਾ ਫੇਰ ਨਾ ਮੋਢੜਾ। ਨਾਨਕ ਸਿੱਜ ਅਵੇਹਾ ਵਾਰ, ਬਹੁੜ ਨਾ ਹੋਵੀ ਜਨਮੜਾ। ਜਿਹੜਾ ਬੰਦਾ ਪਿੱਛੇ ਝਾਕਦਾ ਹੈ, ਮੇਰਾ ਧਨ, ਮੇਰੇ ਸਰੀਰਕ ਸੁੱਖ, ਮੇਰੀ ਸੰਤਾਨ, ਮੇਰੀ ਜ਼ਮੀਨ ਜਾਇਦਾਦ, ਉਹ ਬੰਦਾ ਬ੍ਰਹਮ ਵਿਦਿਆ ਪ੍ਰਾਪਤ ਨਹੀਂ ਕਰ ਸਕਦਾ। ਠੀਕ ਹੈ, 4 ਦਿਨ ਸੁੱਖਾਂ ਭਰਿਆ ਜੀਵਨ ਗੁਜ਼ਾਰ ਲਏਗਾ, ਧਨ ਦੇ ਸਹਾਰੇ, ਜ਼ਮੀਨ ਜਾਇਦਾਦ ਦੇ ਸਹਾਰੇ, ਪਰ ਮੋਹ ਨਹੀਂ ਟੁੱਟੇਗਾ। ਤੇ ਜਿਹੜੇ ਬ੍ਰਹਮ ਵਿਦਿਆ ਦੇ ਜਾਣੂ ਨੇ, ਨਾ ਉਹਨਾਂ 'ਚ ਲਾਲਚ ਹੈ, ਨਾ ਮੋਹ ਹੈ,
ਔਰ ਨਾ ਹੀ ਉਹਨਾਂ ਦੇ ਮਨ ਵਿੱਚ ਅਪਮਾਨ ਹੈ। ਹੰਕਾਰ ਤੋਂ ਰਹਿਤ ਹੁੰਦੇ ਨੇ, ਨਿਮਰਤਾ ਦੇ ਧਾਰਨੀ ਬਣਦੇ ਨੇ। ਨੈ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਅਪਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਖੁਸ਼ੀ ਗਮੀ ਤੋਂ ਵੀ ਰਹਿਤ ਹੁੰਦੇ ਨੇ। ਹਰਖ ਨਹੀਂ, ਚਿੰਤਾ ਨਹੀਂ, ਨਾ ਖੁਸ਼ੀ ਹੈ ਨਾ ਚਿੰਤਾ ਹੈ। ਮਾਨ ਤੇ ਅਪਮਾਨ ਵੀ ਦੋਨੋਂ ਬਰਾਬਰ ਹੋ ਜਾਂਦੇ ਨੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬੈਠੇ ਨੇ, ਉਸ ਸਮੇਂ ਉਹਨਾਂ ਦੇ ਸੀਸ ਤੇ ਦਸਤਾਰ ਨਹੀਂ ਹੈ। ਭਾਈ ਮਨੀ ਸਿੰਘ ਜਦੋਂ ਲਾਹੌਰ ਦੀ ਕਤਲਗਾਹ ਵਿੱਚ ਬੈਠੇ ਨੇ, ਉਹਨਾਂ ਦੇ ਸੀਸ ਤੇ ਪੱਗ ਨਹੀਂ ਹੈ। ਸਰਕਾਰ ਨੇ ਲਾਹ ਲੈਣੀ ਹੈ, ਪਰ ਮਹਾਂਪੁਰਖ ਉਦਾਸ ਤਾਂ ਨਹੀਂ ਹੋ ਜਾਂਦੇ ਵੀ ਅੱਜ ਸਾਡੀ ਇਹ ਹਾਲਤ। ਸੰਖ ਅੱਗ ਵਿੱਚ ਪਾ ਕੇ ਸਾੜ ਦਿਓ, ਪਰ ਉਹ ਆਪਣੀ ਸਫੈਦੀ ਫਿਰ ਵੀ ਨਹੀਂ ਛੱਡਦਾ, ਰਹਿੰਦਾ ਚਿੱਟਾ ਹੀ ਹੈ। ਮਹਾਂਪੁਰਖਾਂ ਦੀ ਜ਼ਿੰਦਗੀ ਵਿੱਚ ਬੜੀਆਂ ਬੜੀਆਂ ਮੁਸੀਬਤਾਂ ਆਉਂਦੀਆਂ ਨੇ, ਪਰ ਸਾਧੂ ਮਹਾਂਪੁਰਖ ਸਦਾ ਹੀ ਪ੍ਰਸੰਨਚਿਤ ਰਹਿੰਦੇ ਨੇ। ਉਹਨਾਂ ਲਈ ਮਾਨ ਤੇ ਅਪਮਾਨ ਦੋਵੇਂ ਬਰਾਬਰ ਹੋ ਜਾਂਦੇ ਨੇ। ਕੋਈ ਮਨੁੱਖ ਕਹਿੰਦਾ ਮੈਂ ਅਪਮਾਨ ਬਰਦਾਸ਼ਤ ਕਰ ਸਕਦਾ ਸੱਚ ਦੀ ਖਾਤਰ। ਗੁਰੂ ਸਾਹਿਬ ਕਹਿੰਦੇ ਨੇ ਮੈਂ ਸੱਚ ਦੀ ਖਾਤਰ ਆਪਣੇ ਸਰੀਰ ਦੇ ਟੋਟੇ ਵੀ ਕਰਾ ਸਕਦਾ ਹਾਂ, ਪਰ ਮੈਂ ਸੱਚ ਨੂੰ ਆਂਚ ਨਹੀਂ ਆਉਣ ਦਿੰਦਾ। ਸਾਹਿਬ ਤੇਰੇ ਨਾਮ ਵਿਟੋਂ ਬਿੰਦ ਬਿੰਦ ਚੁੱਖ ਚੁੱਖ ਹੋਏ। ਹੇ ਸੱਚੇ ਸਾਹਿਬ, ਤੇਰੇ ਨਾਮ ਤੋਂ ਮੈਂ ਕੁਰਬਾਨ ਜਾਂਦਾ ਹਾਂ। ਤੇਰੇ ਨਾਮ ਦੀ ਸਦਾ ਚੜ੍ਹਦੀ ਕਲਾ ਰਵੇ, ਤੇਰੇ ਨਾਮ ਦਾ ਕੋਈ ਨਰਾਦਰ ਨਾ ਕਰੇ। ਜੇ ਕਰੇ ਤਾਂ ਮੈਂ ਉਹਦੇ ਨਾਲ ਟਾਕਰਾ ਕਰਨ ਨੂੰ ਤਿਆਰ ਹਾਂ, ਮੇਰੇ ਭਾਵੇਂ ਸਰੀਰ ਦੇ ਟੋਟੇ ਟੋਟੇ ਕਿਉਂ ਨਾ ਹੋ ਜਾਣ। ਇਹ ਬਚਨ ਆਪਾਂ ਵੀ ਪੜ੍ਹਦੇ ਹਾਂ। ਸਾਹਿਬ ਤੇਰੇ ਨਾਮ ਵਿਟੋਂ ਬਿੰਦ ਬਿੰਦ ਚੁੱਖ ਚੁੱਖ ਹੋਏ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਜਿਸ ਪ੍ਰਾਣੀ ਤੇ ਕਿਰਪਾ ਹੋ ਗਈ, ਆਸਾ ਮਨਸ਼ਾ ਸਗਲ ਤਿਆਗੇ, ਉਸਨੇ ਆਸ਼ਾਵਾਂ ਦਾ ਤਿਆਗ ਕਰਤਾ। ਕਿਸੇ ਪਦਾਰਥ ਦੀ ਮਨ ਦੇ ਅੰਦਰ ਆਸ਼ਾ ਨਹੀਂ ਹੈ, ਕੋਈ ਮਨ ਵਿੱਚ ਮਨੋਰਥ ਨਹੀਂ ਹੈ। ਰੱਬ ਦੇ ਪਿਆਰੇ ਆਸ਼ਾਵਾਂ ਨਹੀਂ ਰੱਖਦੇ। ਉਹ ਕਹਿੰਦੇ ਨੇ ਆਸਾ ਵਿੱਚ ਤੇ ਸੰਸਾਰ ਮਰ ਗਿਆ। ਹੁਣ ਧਿਆਨ ਕਰਨਾ, ਗੁਰਬਾਣੀ ਜੋ ਸਾਨੂੰ ਉਪਦੇਸ਼ ਦਿੰਦੀ ਹੈ, ਆਸਾ ਵਿੱਚ ਅਤ ਦੁੱਖ ਘਣਾ। ਆਸ਼ਾਵਾਂ ਵਿੱਚ ਬਹੁਤ ਦੁੱਖ ਹੈ। ਕੌਣ ਚਿੱਤ ਲਾਉਂਦੇ ਨੇ ਆਸ਼ਾਵਾਂ ਵਿੱਚ? ਮਨ ਮੁਖ ਚਿੱਤ ਲਾਇਆ, ਗੁਰਮੁਖ ਭਏ ਨਿਰਾਸ਼। ਗੁਰਮੁਖ ਜਨ ਨਿਰਾਸ਼ ਰਹਿੰਦੇ ਨੇ। ਪਰਮ ਸੁਖ ਪਾਇਆ, ਉਹਨਾਂ ਨੂੰ ਵੱਡਾ ਸੁਖ ਮਿਲਦਾ। ਆਸਾ ਕਰਤਾ ਜਗ ਮੂਆ, ਆਸਾ ਮਰੇ ਨਾ ਜਾਏ। ਨਾਨਕ ਆਸਾਂ ਪੂਰੀਆਂ ਸੱਚੇ ਸਿਉ ਚਿਤ ਲਾਏ। ਕਾਹੂ ਫਲ ਕੀ ਇੱਛਾ ਨਹੀਂ ਬਾਛੈ। ਕੋਈ ਇੱਛਾ ਹੀ ਮਨ ਵਿੱਚ ਨਹੀਂ ਹੈ, ਕੋਈ ਮਨੋਰਥ ਨਹੀਂ ਹੈ ਮਾਇਆ ਦਾ। ਆਸਾ ਮਨਸ਼ਾ ਸਗਲ ਤਿਆਗੇ, ਜਗ ਤੇ ਰਹੇ ਨਿਰਾਸ਼ਾ। ਨਿਰਾਸ਼ ਹੋ ਗਿਆ, ਗੁਰਮੁਖ ਭਏ ਨਿਰਾਸ਼। ਕੋਈ ਆਸ਼ਾ ਨਹੀਂ ਹੈ, ਕੋਈ ਤਮੰਨਾ ਨਹੀਂ ਹੈ, ਕੁਝ ਮੰਗੇਗਾ ਹੀ ਨਹੀਂ। ਨਾ ਨਰਕ ਵੱਲ ਧਿਆਨ, ਨਾ ਸਵਰਗ ਵੱਲ ਧਿਆਨ, ਦੋਨੋਂ ਹੀ ਛੱਡ ਦਿੱਤੇ। ਧਿਆਨ ਇੱਕੋ ਹੀ ਹੈ ਕਿ ਪਰਮਾਤਮਾ ਦਾ ਮਿਲਾਪ ਹਾਸਲ ਕਰਨਾ ਹੈ, ਔਰ ਉਹਦੇ ਲਈ ਬੰਦਗੀ ਵਿੱਚ ਜੁੜਿਆ ਹੋਇਆ ਹੈ। ਰਾਮ ਨਾਮ ਉਰ ਮੈਂ ਗਇਓ, ਜਾ ਕੇ ਸਮ ਨਹੀਂ ਕੋਏ। ਜੇ ਸਿਮਰਤ ਸੰਕਟ ਮਿਟੇ, ਦਰਸ ਤੁਹਾਰੋ ਹੋਏ। ਮਹਾਂਪੁਰਖ ਸਾਧੂ ਜਨ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦੇ। ਆਸ਼ਾਵਾਂ ਨਹੀਂ ਪਦਾਰਥਾਂ ਦੀਆਂ, ਮਨੋਰਥ ਨਹੀਂ ਹਨ। ਜਗ ਤੇ ਰਹੇ ਨਿਰਾਸ਼ਾ।
ਕਾਮ ਕ੍ਰੋਧ ਜਹ ਪਰਸੇ ਨਾਹਿਨ, ਕਾਮ ਕ੍ਰੋਧ ਜਹ ਪਰਸੇ ਨਾਹਿਨ। ਕਾਮ ਦੀ ਮੰਦੀ ਵਾਸ਼ਨਾ ਵੀ ਮਹਾਂਪੁਰਖਾਂ ਵਿੱਚ ਨਹੀਂ, ਕ੍ਰੋਧ ਵੀ ਕਦੇ ਨਹੀਂ ਆਉਂਦਾ। ਸਾਧੂ ਦੇ ਮਨ 'ਚ ਅਗਰ ਥੋੜਾ ਰੋਸ ਆ ਜਾਏ ਨਾ, ਤੇ ਉਹ ਕੇਵਲ ਇਤਨੇ ਚਿਰ ਲਈ ਹੁੰਦਾ ਹੈ ਜਿਵੇਂ ਪਾਣੀ ਵਿੱਚ ਡਾਂਗ ਮਾਰੀਏ ਨਾ ਤੇ ਇੰਝ ਜਪਦਾ ਪਾਣੀ ਵੱਖਰਾ ਹੋ ਗਿਆ। ਪਰ ਪਾਣੀ ਵਿੱਚੋਂ ਸੋਟੀ ਕੱਢਣ ਤੋਂ ਪਹਿਲਾਂ ਪਹਿਲਾਂ ਪਾਣੀ ਇੱਕੋ ਜਿਹਾ ਹੋ ਜਾਂਦਾ। ਪਾਣੀ ਅੰਦਰ ਲੀਕ ਜਿਉਂ ਤਿਸ ਦਾ ਥਾਉ ਨਾ ਥੇ। ਇੱਕ ਹੁੰਦੀ ਹੈ ਰੇਤੇ ਤੇ ਲਕੀਰ ਕੱਢਣੀ, ਉਹ ਕੁਝ ਸਮਾਂ ਬਣੀ ਰਹਿੰਦੀ ਹੈ। ਇੱਕ ਹੁੰਦੀ ਹੈ ਪੱਥਰ ਤੇ ਲਕੀਰ ਕੱਢਣੀ, ਉਹ ਮਿਟਦੀ ਹੀ ਨਹੀਂ। ਪਰ ਮਹਾਂਪੁਰਖਾਂ ਦੇ ਮਨ ਵਿੱਚ ਇੰਨਾ ਕੁ ਰੋਸ ਹੁੰਦਾ ਹੈ ਜਿਵੇਂ ਪਾਣੀ ਵਿੱਚ ਸੋਟੀ ਮਾਰੀਏ। ਜਪਦਾ ਪਾਣੀ ਵੱਖ ਹੋ ਗਿਆ, ਪਰ ਨਹੀਂ, ਸਾਧੂ ਦਿਲੋਂ ਕਦੇ ਕਿਸੇ ਦਾ ਬੁਰਾ ਨਹੀਂ ਮੰਗਦਾ। ਉਹਦੇ ਮਨ ਵਿੱਚ ਕ੍ਰੋਧ ਸਪਰਸ਼ ਹੀ ਨਹੀਂ ਕਰ ਸਕਦਾ। ਕਾਮ ਕ੍ਰੋਧ ਜਹ ਪਰਸੇ ਨਾਹਿਨ ਤਿਹ ਘਟ। ਉਸ ਦੇ ਹਿਰਦੇ ਦੇ ਅੰਦਰ ਬ੍ਰਹਮ ਨਿਵਾਸਾ, ਬ੍ਰਹਮ ਦਾ ਨਿਵਾਸ ਹੁੰਦਾ ਹੈ। ਇਹ ਵਿਦਿਆ ਹੈ ਬ੍ਰਹਮ ਵਿਦਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਵਿਦਿਆ ਹੈ ਉਹਦਾ ਨਾਮ ਹੀ ਬ੍ਰਹਮ ਵਿਦਿਆ ਹੈ। ਪਰ ਇਹ ਬ੍ਰਹਮ ਵਿਦਿਆ ਹਰੇਕ ਨੂੰ ਪ੍ਰਾਪਤ ਨਹੀਂ ਹੁੰਦੀ। ਇਸ ਅਵਸਥਾ ਤੇ ਅਪੜ ਜਾਣਾ ਕਿ ਬ੍ਰਹਮ ਦੀਸੇ, ਬ੍ਰਹਮ ਸੁਣੀਏ, ਏਕ ਏਕ ਵਖਾਣੀਏ, ਆਤਮ ਪਸਾਰਾ ਕਰਨੇ ਹਾਰਾ, ਪ੍ਰਭ ਬਿਨਾ ਨਹੀਂ ਜਾਣੀ। ਗੁਰ ਕਿਰਪਾ ਜਹ ਨਰ ਕੋ ਕੀਨੀ, ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਹੈ, ਤੇ ਇਹ ਜੁਗਤ ਪਛਾਨੀ, ਉਹਨਾਂ ਨੂੰ ਇਹ ਢੰਗ, ਇਹ ਤਰੀਕਾ ਸਮਝ ਵਿੱਚ ਆਇਆ ਹੈ। ਉਹ ਜੀਵਨ ਜੁਗਤ ਜਾਣ ਗਏ ਨੇ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਉਹ ਪਰਮਾਤਮਾ ਨਾਲ ਇੱਕ ਮਿਕ ਹੋ ਗਏ। ਲੀਨ ਦਾ ਅਰਥ ਹੁੰਦਾ ਸਮਾ ਗਏ। ਜਿਹੜਾ ਵੀ ਮਨੁੱਖ ਸੱਚੇ ਦਿਲੋਂ ਰੱਬ ਦੀ ਅਰਾਧਨਾ ਕਰਦਾ ਹੈ, ਉਹ ਰੱਬ ਵਿੱਚ ਸਦਾ ਲਈ ਸਮਾ ਜਾਂਦਾ ਹੈ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਇੰਜ ਸਮਾ ਜਾਂਦਾ ਹੈ ਕਿ ਉਹਨੂੰ ਕੋਈ ਫਿਰ ਵੱਖਰਾ ਨਹੀਂ ਕਰ ਸਕਦਾ, ਰੱਬ ਨਾਲ ਜੁਦਾ ਨਹੀਂ ਕਰ ਸਕਦਾ। ਉਦਾਹਰਨ ਦਿੰਦੇ ਨੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾ। ਸੂਰਜ ਕਿਰਨ ਮਿਲੇ ਜਲ ਕਾ। ਜਲ ਕਾ ਦਾ ਅਰਥ ਹੁੰਦਾ ਬਰਫ਼। ਜਦੋਂ ਸੂਰਜ ਦੀਆਂ ਕਿਰਨਾਂ ਬਰਫ਼ ਤੇ ਪੈਂਦੀਆਂ ਨੇ, ਸੂਰਜ ਦੀ ਤਪਸ਼ ਨਾਲ ਉਹ ਬਰਫ਼ ਢਲ ਜਾਂਦੀ ਹੈ, ਪਾਣੀ ਬਣ ਜਾਂਦਾ। ਬਰਫ਼ ਵੀ ਪਾਣੀ ਹੈ ਪਰ ਕਠੋਰ ਹੈ। ਪਰ ਸੂਰਜ ਦੀ ਤਪਸ਼ ਨੇ ਉਸ ਬਰਫ਼ ਨੂੰ ਢਾਲ ਦਿੱਤਾ। ਸੂਰਜ ਕਿਰਨ ਮਿਲੇ ਜਲ ਕਾ, ਹੈ ਤੇ ਉਹ ਵੀ ਜਾਲੀ ਸੀ, ਪਰ ਹੁਣ ਸਾਫ਼ ਜਲ ਨਜ਼ਰ ਆ ਗਿਆ, ਬਰਫ਼ ਢਲ ਗਈ। ਸੂਰਜ ਕਿਰਨ ਮਿਲੇ ਜਲ ਕਾ, ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ। ਅੱਜ ਆਪਾਂ ਪੂਰਨ ਸੰਤ, ਬ੍ਰਹਮ ਗਿਆਨੀ, ਮਹਾਨ ਤਪਸਵੀ, ਤਤਵੇਤਾ ਪੁਰਸ਼, ਜਿਨ੍ਹਾਂ ਨੇ ਸੰਗਤ ਕੀਤੀ ਹੈ ਮਹਾਰਾਜ ਦੀ, ਜਿਨ੍ਹਾਂ ਨੇ ਉਹਨਾਂ ਦੀ ਰਸਨਾ ਤੋਂ ਬਾਣੀ ਸੁਣੀ ਹੈ, ਕੀਰਤਨ ਸੁਣਿਆ ਹੈ, ਸੇਵਾ ਸਿਮਰਨ ਦੇ ਉਪੁੰਜ ਸਨ। ਉਹਨਾਂ ਨੇ ਆਪਣਾ ਸਾਰਾ ਜੀਵਨ ਹੀ ਭਗਤੀ ਨੂੰ ਸਮਰਪਣ ਕੀਤਾ ਹੈ। ਅੱਜ ਉਹਨਾਂ ਦੀ 30ਵੀਂ ਸਾਲਾਨਾ ਯਾਦ ਸੰਗਤਾਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਨੇ। ਮੁੱਖ ਵਾਕ ਜੋ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ, ਧੰਨ ਗੁਰੂ ਤੇਗ ਬਹਾਦਰ ਜੀ ਨੇ, ਆਪ ਨੇ ਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੀ ਕਥਾ ਵਿਚਾਰ ਸੁਣੀ ਹੈ। ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਿੱਖ ਚੈਨਲ ਵਾਲੇ ਜੋ ਗੁਰੂ ਦਰਬਾਰ ਵਿੱਚ ਅੱਜ ਦੀ ਇਹ ਸੇਵਾ ਨਿਭਾ ਰਹੇ ਨੇ, ਦੇਸ਼ ਪ੍ਰਦੇਸ਼ ਦੇ ਅੰਦਰ ਇਹ ਪ੍ਰੋਗਰਾਮ ਉਹ ਲਾਈਵ ਦਿਖਾ ਰਹੇ ਨੇ। ਗੁਰੂ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਕੇ ਮਾਣ ਸਤਿਕਾਰ ਸਭ ਨੂੰ ਸਤਿਗੁਰੂ ਬਖਸ਼ਿਸ਼ ਕਰਨ। ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ
ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਕੀ ਬਾਣੀ ਦੀ ਕਥਾ ਸਰਵਣ ਕੀਤੀ ਹੈ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਬੇਨਤੀ ਕਰਦਾ ਹਾਂ, ਸਾਰੇ ਕਿਰਪਾ ਕਰੋ ਜੀ, ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਗੁਰੂ ਸਾਧ ਸੰਗਤ ਜੀ, ਜੋ ਦਰਗਾਹੀ ਹੁਕਮ ਮਾਲਕ ਨੇ ਬਖਸ਼ਿਸ਼ ਕੀਤਾ, ਉਸ ਹੁਕਮਨਾਮੇ ਦੀ ਕਥਾ ਵਿਚਾਰ ਸਾਡੇ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਜੀਤ ਸਿੰਘ ਜੀ ਰਤਨ, ਜਿਨ੍ਹਾਂ ਨੇ ਆਪ ਸੰਗਤਾਂ ਨਾਲ ਸਾਂਝੀ ਕੀਤੀ ਹੈ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਜੀ ਆਇਆਂ ਨੂੰ। ਹੁਣ ਮੈਂ ਬੇਨਤੀ ਕਰੂੰਗਾ, ਜਿੱਥੇ ਗੁਰਬਾਣੀ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ, ਅੰਮ੍ਰਿਤਮਈ ਬਾਣੀ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ ਦੇ ਕੀਰਤਨ ਆਰੰਭ ਹੋਣੇ ਹਨ ਨਾਲ ਹੀ। ਔਰ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਜਿੱਥੇ ਗਿਆਨੀ ਜੀ ਨੇ ਇਹ ਯੂਕੇ ਸਿੱਖ ਚੈਨਲ ਵਾਲੇ